Question is, why don't you study in your home country, that is India? ਤੁਸੀਂ ਇੰਡੀਆ ਦੇ ਵਿੱਚ ਹੀ ਆਪਣੀ ਪੜ੍ਹਾਈ ਕੰਟੀਨਿਊ ਕਿਉਂ ਨਹੀਂ ਕਰਦੇ ਹੋ? ਇਹਦਾ ਆਨਸਰ ਇੱਦਾਂ ਹੋਏਗਾ, although India has the third largest higher education system in the world in terms of size and its diversity, and the largest in world in terms of number of educational institutions, and it has gained massive development after the period of independence. Still, I have not chosen it because of the following differences between the Australian and Indian education system. No doubt, ਇੰਡੀਆ ਦਾ ਐਜੂਕੇਸ਼ਨ ਸਿਸਟਮ ਪੂਰੇ ਵਰਲਡ ਦੇ ਵਿੱਚ ਤੀਜੇ ਨੰਬਰ 'ਤੇ ਆਉਂਦਾ ਹੈ ਫੋਰ ਇਟਸ ਸਾਈਜ਼ ਐਂਡ ਡਾਈਵਰਸਿਟੀ ਮੀਨਸ ਅਲੱਗ-ਅਲੱਗ ਤਰ੍ਹਾਂ ਦੇ ਯੂਨੀਵਰਸਿਟੀਜ਼, ਇੰਸਟੀਟਿਊਟਸ, ਸਕੂਲਸ ਵਗੈਰਾ, ਅਤੇ ਲਾਰਜੈਸਟ ਇਨ ਦਾ ਵਰਲਡ ਮਤਲਬ ਵਰਲਡ 'ਚ ਪਹਿਲੇ ਨੰਬਰ 'ਤੇ ਆਉਂਦਾ ਹੈ ਔਨ ਦ ਬੇਸਿਸ ਆਫ ਨੰਬਰ ਆਫ ਐਜੂਕੇਸ਼ਨਲ ਇੰਸਟੀਟਿਊਸ਼ਨਸ। ਗਿਣਤੀ ਵਾਈਜ਼ ਐਜੂਕੇਸ਼ਨਲ ਇੰਸਟੀਟਿਊਸ਼ਨਸ ਸਭ ਤੋਂ ਜ਼ਿਆਦਾ ਨੇ ਇੰਡੀਆ ਦੇ ਵਿੱਚ। 1947 ਤੋਂ ਬਾਅਦ ਆਜ਼ਾਦੀ ਮਿਲਣ ਤੋਂ ਬਾਅਦ ਇੰਡੀਆ ਦੇ ਐਜੂਕੇਸ਼ਨ ਸਿਸਟਮ ਨੇ ਬਹੁਤ ਤਰੱਕੀ ਕਰ ਲਈ ਹੈ, ਲੇਕਿਨ ਫਿਰ ਵੀ ਮੈਂ ਇੰਡੀਆ ਨੂੰ ਨਹੀਂ ਚੂਜ਼ ਕਰਦਾ ਆਪਣੀ ਹਾਈਅਰ ਐਜੂਕੇਸ਼ਨ ਵਾਸਤੇ। ਉਹਦੇ ਕੁਛ ਰੀਜ਼ਨਸ ਨੇ। ਪਹਿਲਾ ਰੀਜ਼ਨ ਹੈ, ਦ ਫੋਰਮੋਸਟ ਡਿਫਰੈਂਸ ਇਜ਼ ਦ ਡਿਫਰੈਂਸ ਇਨ ਦ ਟੀਚਿੰਗ ਮੈਥਡਸ। ਜੋ ਇੰਡੀਆ ਦਾ ਪੜ੍ਹਾਉਣ ਦਾ ਤਰੀਕਾ ਹੈ, ਜੋ ਆਸਟ੍ਰੇਲੀਆ ਦਾ ਪੜ੍ਹਾਉਣ ਦਾ ਤਰੀਕਾ ਹੈ, ਉਹ ਬਿਲਕੁਲ ਡਿਫਰੈਂਟ ਹੈ। ਦ ਟੀਚਿੰਗ ਮੈਥਡਸ ਯੂਟੀਲਾਈਜ਼ਡ ਬਾਈ ਦ ਆਸਟ੍ਰੇਲੀਅਨ ਕਾਲਜਿਸ ਐਂਡ ਯੂਨੀਵਰਸਿਟੀਜ਼ ਆਰ ਫਾਰ ਮੋਰ ਅਪਡੇਟਡ ਦੈਨ ਵਾਟ ਵੀ ਸੀ ਇਨ ਇੰਡੀਆ। ਜਿਸ ਤਰੀਕੇ ਨਾਲ ਆਸਟ੍ਰੇਲੀਆ ਬੱਚਿਆਂ ਨੂੰ ਪੜ੍ਹਾਉਂਦੀ ਹੈ, ਉਹ ਤਰੀਕੇ ਬਿਲਕੁਲ ਨਵੇਂ ਨੇ। ਜੋ ਅੱਜ ਦੇ ਟਾਈਮ ਦੇ ਵਿੱਚ ਅੱਜ ਦੀਆਂ ਜੋ ਪ੍ਰੋਬਲਮਸ ਨੇ, ਅੱਜ ਦੇ ਜੋ ਵੀ ਆਪਣਾ ਅੱਜ ਦਾ ਮਾਡਰਨ ਵਰਲਡ ਹੈ, ਉਹਦੇ ਹਿਸਾਬ ਨਾਲ ਉਹਨਾਂ ਨੂੰ ਅੱਜ ਦੇ ਤੌਰ ਤਰੀਕਿਆਂ ਨਾਲ ਪੜ੍ਹਾਇਆ ਜਾਂਦਾ ਹੈ। The Australian teachers are encouraged to prepare interactive and practical learning sessions in addition to reading assignments. The teachers are encouraged to prepare interactive ਮਤਲਬ ਜਿੱਥੇ ਟੀਚਰ ਵੀ ਸਵਾਲ ਜਵਾਬ ਕਰ ਰਿਹਾ ਬੱਚਿਆਂ ਨਾਲ, ਅਤੇ ਅੱਗੋਂ ਬੱਚੇ ਵੀ ਕੋਈ ਡਾਊਟ ਹੈ ਕੁਛ ਵੀ ਹੈ ਅਤੇ ਟੀਚਰ ਨੂੰ ਸਵਾਲ ਕਰ ਰਹੇ ਹੈ। ਟੂ ਵੇ ਕਮਿਊਨੀਕੇਸ਼ਨ ਹੈ, ਇਹ ਨਹੀਂ ਬਸ ਟੀਚਰ ਬੋਲੀ ਗਿਆ ਕਲਾਸ ਓਵਰ ਹੋ ਗਈ, ਚਲੋ ਖ਼ਤਮ, ਛੁੱਟੀ ਹੋ ਗਈ। ਇੰਟਰੈਕਟਿਵ ਸੈਸ਼ਨ ਹੁੰਦਾ, ਟੀਚਰ ਵੀ ਪੁੱਛਦਾ, ਅੱਗੋਂ ਸਟੂਡੈਂਟਸ ਇੰਟਰੈਕਟ ਕਰਦੇ ਆ, ਦੋਨਾਂ 'ਚ ਆਪਸ 'ਚ ਬੋਲਚਾਲ ਪੂਰੀ ਦੀ ਪੂਰੀ ਕਲਾਸ ਦੇ ਦੌਰਾਨ ਰਹਿੰਦੀ ਹੈ। ਪ੍ਰੈਕਟੀਕਲ ਲਰਨਿੰਗ ਸੈਸ਼ਨਸ ਕੀ ਹੁੰਦੇ ਆ? ਜੋ ਅਸੀਂ ਥਿਊਰੀ 'ਚ ਪੜ੍ਹਿਆ, ਪ੍ਰੈਕਟੀਕਲੀ ਉਹਨੂੰ ਕਰਕੇ ਵੀ ਦੇਖ ਲਿਆ। ਫੋਰ ਐਗਜ਼ਾਮਪਲ, ਅਗਰ ਅਸੀਂ ਕੋਈ ਕੁਕਿੰਗ ਦੀ ਕਲਾਸ ਲਗਾ ਰਹੇ ਹਾਂ, ਫੋਰ ਐਗਜ਼ਾਮਪਲ ਅਸੀਂ ਕਿਤਾਬ 'ਚ ਪੜ੍ਹ ਲਿਆ ਕਿ ਕਿਸੇ ਡਿਸ਼ ਨੂੰ ਕਿਵੇਂ ਬਣਾਉਣਾ, ਉਹ ਹੋ ਗਈ ਥਰੈਟੀਕਲ। ਉਹਨੂੰ ਫਿਰ ਅਸਲ ਦੇ ਵਿੱਚ ਡਿਸ਼ ਨੂੰ ਬਣਾ ਕੇ ਵੀ ਦੇਖਿਆ, ਟੀਚਰ ਦੀ ਗਾਈਡੈਂਸ ਦੇ ਨਾਲ ਬਣਾ ਕੇ ਦੇਖਿਆ ਅਸਲ 'ਚ ਕਿ ਉਹ ਡਿਸ਼ ਨੂੰ ਕਿਵੇਂ ਬਣਾਇਆ ਜਾਂਦਾ, ਉਹ ਹੁੰਦਾ ਪ੍ਰੈਕਟੀਕਲ ਲਰਨਿੰਗ ਲੈਸਨ। ਅਤੇ ਆਸਟ੍ਰੇਲੀਆ ਦੇ ਟੀਚਰਸ ਇੰਟਰੈਕਟਿਵ ਸੈਸ਼ਨਸ ਰੱਖਦੇ ਨੇ, ਜਿੱਥੇ ਬੱਚਾ ਵੀ ਬੋਲਦਾ ਹੈ, ਟੀਚਰਸ ਵੀ ਬੋਲਦੇ, ਇੱਕ ਦੂਜੇ ਨਾਲ ਇੰਟਰੈਕਸ਼ਨ ਕਰਦੇ ਨੇ। ਇੰਟਰੈਕਟਿਵ ਕਲਾਸਿਸ ਹੁੰਦੀਆਂ ਨੇ ਅਤੇ ਪ੍ਰੈਕਟੀਕਲ ਲਰਨਿੰਗ ਲੈਸਨਸ ਹੁੰਦੇ ਆ, ਜਿੱਥੇ ਪ੍ਰੈਕਟੀਕਲੀ ਵੀ ਚੀਜ਼ਾਂ ਨੂੰ ਕਰਕੇ ਦਿਖਾਇਆ ਜਾਂਦਾ ਹੈ। ਇੰਟਰੈਕਟਿਵ ਲਰਨਿੰਗ ਮੈਥਡਸ ਵਿਚ ਇਨਕਲੂਡ ਮੋਰ ਆਫ ਗਰੁੱਪ ਡਿਸਕਸ਼ਨਸ, ਪ੍ਰੈਜੈਂਟੇਸ਼ਨਸ ਐਕਸੈਕਟਰਾ। ਹੁਣ ਇੰਟਰੈਕਸ਼ਨ ਕਿਵੇਂ ਹੁੰਦੀ ਹੈ? ਗਰੁੱਪ ਡਿਸਕਸ਼ਨਸ ਹੋ ਸਕਦੀਆਂ, ਕਿਸੇ ਗਰੁੱਪ ਨੂੰ ਟੋਪਿਕ ਦੇਤਾ ਕਿ ਤੁਸੀਂ ਇਹ ਟੋਪਿਕ ਹੈ, ਹੁਣ ਤੁਸੀਂ ਉਸ ਟੋਪਿਕ ਦੇ ਅਗੇਂਸਟ ਵੀ ਬੋਲ ਸਕਦੇ ਹੋ, ਤੁਸੀਂ ਉਸ ਟੋਪਿਕ ਦੇ ਫੇਵਰ 'ਚ ਵੀ ਬੋਲ ਸਕਦੇ ਹੋ। ਟੀਚਰ ਅੱਗੋਂ ਆਪਣੀ ਸਲਾਹਾਂ ਦਿੰਦਾ, ਅਤੇ ਇਹ ਇੰਟਰੈਕਸ਼ਨ ਹੈ। ਕਲਾਸ ਦੇ ਸਾਰੇ ਬੱਚੇ ਇੱਕ ਦੂਜੇ ਨਾਲ ਟੋਪਿਕ ਵਾਈਜ਼ ਪੜ੍ਹਾਈ ਦੇ ਰਿਲੇਟਿਡ ਇੰਟਰੈਕਟ ਕਰ ਰਹੇ ਆ, ਠੀਕ ਹੈ। ਪ੍ਰੈਜੈਂਟੇਸ਼ਨਸ, ਬੱਚੇ ਆਪਣੀ ਪ੍ਰੈਜੈਂਟੇਸ਼ਨਸ ਦੇ ਰਹੇ ਆ ਕਿਸੇ ਟੋਪਿਕ ਦੇ ਉੱਪਰ, ਅਤੇ ਇਹਦੇ ਨਾਲ ਇੰਟਰੈਕਸ਼ਨ ਵੱਧ ਜਾਂਦੀ ਹੈ। ਇੱਦਾਂ ਬੱਚਾ ਚੀਜ਼ਾਂ ਆਸਾਨੀ ਨਾਲ ਸਿੱਖਦਾ। ਸਾਨੂੰ ਕੋਈ ਟੋਪਿਕ ਟੀਚਰ ਨੇ ਪੜ੍ਹਾਇਆ, ਨਾ ਅਸੀਂ ਕੋਈ ਸਵਾਲ ਪੁੱਛਿਆ, ਨਾ ਕੋਈ ਟੀਚਰ ਨੇ ਸਵਾਲ ਪੁੱਛਿਆ, ਉਹਦੇ ਨਾਲ ਕੋਈ ਖਾਸ ਜ਼ਿਆਦਾ ਨੌਲੇਜ ਨਹੀਂ ਮਿਲਦੀ ਹੈ। ਬਟ ਇਹੀ ਅਗਰ ਸਾਨੂੰ ਪੂਰੀ ਕਲਾਸ ਨੂੰ ਕੋਈ ਟੋਪਿਕ ਮਿਲ ਜਾਵੇ ਕਿ ਹੁਣ ਵੀ ਗਰੁੱਪ ਡਿਸਕਸ਼ਨ ਕਰੋ, ਅਗਰ ਸਾਨੂੰ ਕੋਈ ਟੋਪਿਕ ਮਿਲ ਜੇ ਕਿ ਤੁਸੀਂ ਇਹਦੇ ਬਾਰੇ ਰਿਸਰਚ ਕਰੋ, ਇਹਦੇ ਬਾਰੇ ਤੁਸੀਂ 10 ਲਾਈਨਾਂ ਬੋਲਣੀਆਂ,
ਤਾਂ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲ ਜਾਂਦਾ। In India, most of the education institutes are concerned with clearing of exams. ਇੰਡੀਆ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਹੈ ਕਿ ਸਾਡੇ ਇੱਥੇ ਫੋਕਸ ਇਹ ਕੀਤਾ ਜਾਂਦਾ ਕਿ ਬਸ ਐਗਜ਼ਾਮ ਨੂੰ ਕਲੀਅਰ ਕਰ ਲਓ। ਜਿਵੇਂ ਜ਼ਿਆਦਾਤਰ ਬੱਚੇ ਕਰਦੇ ਆ, ਬੁੱਕਸ ਨੂੰ ਰੱਟ ਲਓ, ਪੇਪਰ ਆਏ ਆਪਣੇ ਆਨਸਰਸ ਰੱਟੋ, ਉੱਥੇ ਜਾ ਕੇ ਐਗਜ਼ਾਮ 'ਚ ਜਾ ਕੇ ਲਿਖ ਦਿਓ, 2 ਦਿਨ ਬਾਅਦ ਭੁੱਲ ਜਾਓ, ਜੋ ਐਕਚੁਅਲੀ ਇੰਡੀਆ ਦੇ ਵਿੱਚ ਹੁੰਦਾ ਹੈ। ਲੇਕਿਨ ਇਹਦੇ ਨਾਲ ਕੋਈ ਗਰੋਥ ਨਹੀਂ ਹੋਈ, ਬੱਚੇ ਨੇ ਕੁਛ ਵੀ ਨਹੀਂ ਸਿੱਖਿਆ, ਨਾ ਉਹਨੂੰ ਕੋਈ ਸਕਿੱਲਸ ਆਉਂਦੇ ਆ, ਅਤੇ ਵੈਸੇ ਹੀ ਰੱਟੇ ਮਾਰੇ ਸੀਗੇ ਹਫਤੇ 10 ਦਿਨ ਬਾਅਦ, ਤਾਂ ਵੈਸੇ ਉਹ ਨੌਲੇਜ ਵੀ ਗਈ, 10 ਦਿਨ ਬਾਅਦ ਤੁਸੀਂ ਵੈਸੇ ਹੀ ਭੁੱਲ ਜਾਓਗੇ। Second point is the Australian universities focus on creating an atmosphere that welcomes students from all walk of life and different backgrounds. It provides a multicultural environment to the students which help them to grow further in every aspect of life and increases their adaptability to the diverse environment, which will help them in building their career in a multicultural environment and enhance their confidence as well. ਆਸਟ੍ਰੇਲੀਆ ਹੁਣ ਇੱਕ ਬੜੀ ਫੇਮਸ ਸਟੱਡੀ ਡੈਸਟੀਨੇਸ਼ਨ ਹੈ। ਦੁਨੀਆ ਦੇ ਕੋਨੇ-ਕੋਨੇ ਤੋਂ ਬੱਚੇ ਇੱਥੇ ਪੜ੍ਹਨ ਆਉਂਦੇ ਨੇ, ਠੀਕ ਹੈ। ਅਤੇ ਇਟ ਪ੍ਰੋਵਾਈਡਸ ਐਨ ਮਲਟੀਕਲਚਰਲ ਇਨਵਾਇਰਮੈਂਟ, ਅਤੇ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੇ ਵਿੱਚ ਬੜਾ ਮਲਟੀਕਲਚਰਲ ਇਨਵਾਇਰਮੈਂਟ ਹੁੰਦਾ ਹੈ। ਮਤਲਬ ਜਿਹੜੇ ਬੱਚੇ ਹੁੰਦੇ ਆ ਡਿਫਰੈਂਟ ਕੰਟਰੀਜ਼ ਤੋਂ ਬਿਲੋਂਗ ਕਰਦੇ ਨੇ, ਡਿਫਰੈਂਟ ਰਿਲੀਜਨ, ਡਿਫਰੈਂਟ ਬਿਲੀਵਸ ਰੱਖਦੇ ਨੇ, ਡਿਫਰੈਂਟ ਕਸਟਮਸ ਹੁੰਦੇ ਨੇ, ਡਿਫਰੈਂਟ ਕਲਚਰ ਹੁੰਦੇ ਆ ਉਹਨਾਂ ਦੇ, ਅਤੇ ਉਹ ਬੜਾ ਮਲਟੀਕਲਚਰਲ ਇਨਵਾਇਰਮੈਂਟ ਹੁੰਦਾ। ਔਰ ਇੱਦਾਂ ਕਿਉਂ ਹੈ? ਕਿਉਂਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਬੜਾ ਇੱਕ ਫਰੈਂਡਲੀ ਕਲਚਰ ਪ੍ਰੋਵਾਈਡ ਕਰਦੇ ਹੈ, ਜਿੱਥੇ ਹਰ ਇੱਕ ਕੰਟਰੀ ਤੋਂ ਬੱਚਾ ਆਉਂਦਾ, ਠੀਕ ਹੈ। ਵੈਲਕਮਿੰਗ ਨੇਚਰ ਹੁੰਦਾ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ, ਠੀਕ ਹੈ। ਐਜ਼ ਅ ਸਟੂਡੈਂਟ ਹੁਣ ਮੈਨੂੰ ਕੀ ਫਾਇਦਾ, ਮੈਂ ਇੱਦਾਂ ਦੇ ਇਨਵਾਇਰਮੈਂਟ 'ਚ ਰਹਿਣਾ। ਪਹਿਲੀ ਗੱਲ ਤਾਂ ਐਕਸਪੋਜ਼ਰ ਮਿਲਦਾ, ਸਾਨੂੰ ਡਿਫਰੈਂਟ ਕਲਚਰਸ, ਡਿਫਰੈਂਟ ਰਿਲੀਜਨ ਬਾਰੇ ਪਤਾ ਚੱਲਦਾ, ਬਾਕੀ ਦੂਜੀ ਕੰਟਰੀਆਂ ਦੇ ਲੋਕ ਕੀ ਸੋਚ ਰੱਖਦੇ ਆ, ਕੀ ਥਿੰਕਿੰਗ ਰੱਖਦੇ ਆ, ਸਾਨੂੰ ਉਹਦੇ ਬਾਰੇ ਪਤਾ ਚੱਲਦਾ, ਐਕਸਪੋਜ਼ਰ ਮਿਲਦਾ, ਠੀਕ ਹੈ। ਫਿਰ ਸਾਨੂੰ ਕੌਨਫੀਡੈਂਸ ਆਉਂਦਾ ਕਿ ਇੱਦਾਂ ਦੇ ਇਨਵਾਇਰਮੈਂਟ 'ਚ ਜਦ ਆਪਾਂ ਸਰਵਾਈਵ ਕਰਦੇ ਹਾਂ, ਜਿੱਥੇ ਹਰ ਇੱਕ ਬੰਦਾ ਡਿਫਰੈਂਟ ਕਲਚਰ ਤੋਂ ਆਉਂਦਾ, ਅਸੀਂ ਕਿਸੇ ਦੇ ਕਲਚਰ ਬਾਰੇ ਕੁਛ ਨਹੀਂ ਜਾਣਦੇ, ਜਦ ਅਸੀਂ ਇੰਟਰੈਕਸ਼ਨਸ ਕਰਦੇ ਹਾਂ ਇਹਨਾਂ ਬਾਕੀ ਇਹਦੇ ਸਟੂਡੈਂਟਸ ਨਾਲ, ਅਤੇ ਅਸੀਂ ਕੌਨਫੀਡੈਂਸ ਆਉਂਦਾ ਇੱਕ ਤਰ੍ਹਾਂ ਨਾਲ, ਅਤੇ ਇੱਕ ਐਕਸਪੀਰੀਅੰਸ ਮਿਲਦਾ ਇੱਦਾਂ ਦੇ ਇਨਵਾਇਰਮੈਂਟ 'ਚ ਕਿਵੇਂ ਰਹਿਣਾ। ਅਸੀਂ ਸ਼ੁਰੂ ਤੋਂ ਇੱਕ ਉੱਦਾਂ ਦੇ ਇਨਵਾਇਰਮੈਂਟ 'ਚ ਰਹਿੰਦੇ ਹਾਂ, ਮੈਂ ਹਾਂ, ਮੇਰਾ ਫਰੈਂਡ ਵੀ ਪੰਜਾਬੀ, ਸਾਰੇ ਆਪਾਂ ਇੱਕੋ ਸੇਮ ਕਲਚਰ ਤੋਂ ਬਿਲੋਂਗ ਕਰਦੇ ਹਾਂ, ਅਤੇ ਆਪਾਂ ਇੱਦਾਂ ਦੇ ਇਨਵਾਇਰਮੈਂਟ 'ਚ ਰਹਿੰਦੇ ਹਾਂ ਸ਼ੁਰੂ ਤੋਂ, ਕਿ ਸਾਰੇ ਇੱਕੋ ਕਲਚਰ, ਇੱਕੋ ਬੈਕਗਰਾਊਂਡ ਹੈ, ਸਭ ਦੀ ਇੱਕੋ ਲੈਂਗੁਏਜ ਹੈ। ਬਟ ਜਦ ਆਪਾਂ ਇੱਦਾਂ ਦੇ ਇਨਵਾਇਰਮੈਂਟ 'ਚ ਰਹਿੰਦੇ ਹਾਂ ਜਿੱਥੇ ਹਰ ਇੱਕ ਬੰਦਾ ਡਿਫਰੈਂਟ ਲੈਂਗੁਏਜ, ਡਿਫਰੈਂਟ ਕਲਚਰ, ਡਿਫਰੈਂਟ ਬਿਲੀਵਸ ਰੱਖਦਾ, ਤਾਂ ਉੱਦਾਂ ਦੇ ਇਨਵਾਇਰਮੈਂਟ 'ਚ ਰਹਿਣਾ ਔਖਾ ਹੁੰਦਾ, ਅਤੇ ਉਹਦਾ ਸਾਨੂੰ ਐਕਸਪੀਰੀਅੰਸ ਮਿਲ ਜਾਂਦਾ, ਅਤੇ ਉਹਦਾ ਫਾਇਦਾ ਸਾਨੂੰ ਕਰਦਾ ਫਿਊਚਰ 'ਚ। ਜਦ ਅਸੀਂ ਜੋਬ ਕਰਨ ਜਾਵਾਂਗੇ, ਜਦ ਅਸੀਂ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਜਾਵਾਂਗੇ, ਤਾਂ ਮਲਟੀਨੈਸ਼ਨਲ ਕੰਪਨੀ ਦਾ ਵੀ ਇੱਕ ਮਲਟੀਕਲਚਰਲ ਇਨਵਾਇਰਮੈਂਟ ਹੁੰਦਾ, ਤਾਂ ਸਾਨੂੰ ਪਹਿਲਾਂ ਹੀ ਐਕਸਪੀਰੀਅੰਸ ਹੋਏਗਾ। ਹੁਣ ਬੈਂਗਲੌਰ 'ਚ ਲਗਾ ਲਓ, ਐਮਾਜ਼ੋਨ ਕੰਪਨੀ ਹੈ, ਬੈਂਗਲੌਰ 'ਚ ਹੁਣ ਪੰਜਾਬ ਦਾ ਬੰਦਾ ਵੀ ਜੋਬ ਕਰ ਰਿਹਾ ਹੋਏਗਾ, ਮੁੰਬਈ ਦਾ ਬੰਦਾ ਵੀ ਜੋਬ ਕਰ ਰਿਹਾ ਹੋਏਗਾ, ਹਰਿਆਣੇ ਦਾ ਬੰਦਾ, ਉੱਤਰਾਖੰਡ, ਹਿਮਾਚਲ, ਹਰ ਇੱਕ ਸਟੇਟ ਦਾ ਬੰਦਾ ਉੱਥੇ ਜ਼ਰੂਰ ਹੋਏਗਾ। ਤਾਂ ਉੱਥੇ ਵੀ ਕੰਪਨੀਜ਼ ਦੇ ਵਿੱਚ ਮਲਟੀਕਲਚਰਲ ਇਨਵਾਇਰਮੈਂਟ ਹੁੰਦਾ, ਅਤੇ ਅਸੀਂ ਉਹ ਚੀਜ਼ ਜਦ ਪਹਿਲਾਂ ਹੀ ਯੂਨੀਵਰਸਿਟੀ ਦੇ ਵਿੱਚ ਹੀ ਐਕਸਪੀਰੀਅੰਸ ਕਰ ਲੈਂਦੇ ਹਾਂ, ਤਾਂ ਸਾਨੂੰ ਜੋਬ ਵੇਲੇ, ਕਰੀਅਰ ਵੇਲੇ ਥੋੜ੍ਹਾ ਸੌਖਾ ਹੋ ਜਾਂਦਾ। Third is Australian universities offer more revised and up-to-date course content and subjects, which help the students to build good career prospects for them globally in the future. ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੀ ਇੱਕ ਹੋਰ ਗੱਲ ਬੜੀ ਵਧੀਆ ਹੈ ਕਿ ਇਹ ਆਪਣੇ ਕੋਰਸ ਕੰਟੈਂਟ ਨੂੰ ਬਾਰ-ਬਾਰ ਅਪਡੇਟ ਕਰਦੇ ਰਹਿੰਦੇ ਆ। ਜਿਵੇਂ ਜਿਵੇਂ ਇੰਡਸਟਰੀਜ਼ ਚੇਂਜ ਹੋ ਰਹੀਆਂ, ਜਿਵੇਂ ਜਿਵੇਂ ਆਪਣਾ ਬਿਜ਼ਨਸ ਇਨਵਾਇਰਮੈਂਟ ਚੇਂਜ ਹੋ ਰਿਹਾ, ਜਿਵੇਂ ਜਿਵੇਂ ਦੁਨੀਆ ਚੇਂਜ ਹੋ ਰਹੀ ਹੈ, ਇਹ ਉਵੇਂ ਉਵੇਂ ਆਪਣੇ ਕੋਰਸ ਸਟਰਕਚਰਸ ਨੂੰ ਅਪਡੇਟ ਕਰਦੇ ਰਹਿੰਦੇ ਨੇ। ਇੱਦਾਂ ਨਹੀਂ ਹੈ ਜਿਵੇਂ ਇੰਡੀਆ ਦੇ ਵਿੱਚ ਦਿੱਕਤ ਕੀ ਹੈ, ਸਾਡੇ ਬਿਜ਼ਨਸ ਇਨਵਾਇਰਮੈਂਟ ਸਭ ਚੇਂਜ ਹੋ ਚੁੱਕੇ ਹੈ ਮਾਡਰਨ ਡੇ ਦੇ ਹਿਸਾਬ ਨਾਲ। ਇੰਡਸਟਰੀਜ਼ ਜੋ ਸਾਡੇ ਤੋਂ ਸਕਿੱਲ ਮੰਗਦੀਆਂ ਨੇ, ਬੱਚਿਆਂ ਨੂੰ ਉਹ ਸਕਿੱਲਸ ਨਹੀਂ ਸਿਖਾਏ ਜਾਂਦੇ ਕਾਲਜਿਸ ਐਜੂਕੇਸ਼ਨ ਦੇ ਵਿੱਚ, ਇਸ ਕਰਕੇ ਅਨਇੰਪਲੋਇਮੈਂਟ ਦੀ ਪ੍ਰੋਬਲਮ ਜ਼ਿਆਦਾ ਹੈ ਇੰਡੀਆ 'ਚ।
क्योंकि जो सानू पढ़ाया जा रहा है तो जो साडे तो इंडस्ट्रीज़ एक्सपैक्ट कर रही हैं वो दोनों चीज़ां डिफरेंट ने। ਆਸਟ੍ਰੇਲੀਆ 'ਚ ਇੱਦਾਂ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਉਹੀ ਸਕਿੱਲਸ ਉਹੀ ਨੌਲੇਜ ਸਾਨੂੰ ਦਿੱਤੇ ਜਾਂਦੇ ਆ ਜੋ ਇੰਡਸਟਰੀਜ਼ ਮੰਗਦੀਆਂ ਨੇ। ਇਸ ਕਰਕੇ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੇ ਜਿਹੜੇ ਗ੍ਰੈਜੂਏਟਸ ਹੁੰਦੇ ਆ ਉਹਨਾਂ ਦੇ ਜੋਬ ਲੱਗਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। although there are some top colleges and universities in India, ਹੁਣ ਇਹ ਗੱਲ ਨਹੀਂ ਹੈ ਕਿ ਇੰਡੀਆ ਦੇ ਵਿੱਚ ਟੌਪ ਯੂਨੀਵਰਸਿਟੀਜ਼ ਜਾਂ ਟੌਪ ਕਾਲਜਿਸ ਤਾਂ ਹੈ ਹੀ ਨਹੀਂ, ਇੱਦਾਂ ਨਹੀਂ ਹੈ। ਨੋ ਡਾਊਟ there are some top universities in India like Delhi University, there are Indian Institute of Management, Indian Institute of Technology, Indian Institute of Management ਤੇ Indian Institute of Technology ਤਾਂ ਬਹੁਤ renowned colleges universities ਨੇ, ਬਹੁਤ ਹਾਈ ਰੈਂਕਡ ਕਾਲਜਿਸ ਨੇ ਇਹ ਦੋਨੋਂ IIMs ਐਂਡ IITs। ਬਟ ਜਿਵੇਂ ਇਹ ਫੇਮਸ ਨੇ ਬਹੁਤ, ਇੱਦਾਂ ਹੀ ਇਹਨਾਂ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ। ਪੂਰੇ ਇੰਡੀਆ 'ਚੋਂ ਬੱਚੇ ਇਹਨਾਂ 'ਚ ਅਪਲਾਈ ਕਰਦੇ ਆ ਐਡਮਿਸ਼ਨ ਲੈਣ ਲਈ, ਸੀਟਸ ਹੁੰਦੀਆਂ ਨੇ ਲਿਮਿਟਿਡ। ਤਾਂ ਕੱਟ ਥਰੋਟ ਕੰਪੀਟੀਸ਼ਨ ਹੁੰਦਾ ਬੱਚਿਆਂ 'ਚ, ਜਿੱਥੇ ਬੱਚੇ ਹਾਫ ਮਾਰਕਸ ਤੋਂ ਵੀ ਰਹਿ ਜਾਂਦੇ ਨੇ ਐਡਮਿਸ਼ਨ ਲੈਣ 'ਚ। ਪੂਰੇ ਸਟੂਡੈਂਟਸ ਫਰੋਮ ਆਲ ਓਵਰ ਦਾ ਕੰਟਰੀ ਅਪਲਾਈ ਹੇਅਰ ਬਟ ਦਾ ਸੀਟਸ ਆਰ ਵੈਰੀ ਲਿਮਿਟਿਡ। ਪੂਰੇ ਕੰਟਰੀ 'ਚੋਂ ਬੱਚੇ ਅਪਲਾਈ ਕਰਦੇ ਆ ਲੇਕਿਨ ਸੀਟਸ ਜਿਹੜੀਆਂ ਨੇ ਉਹ ਲਿਮਿਟਿਡ ਹੁੰਦੀਆਂ। ਠੀਕ ਹੈ, ਤਾਂ ਐਡਮਿਸ਼ਨ ਲੈਣੀ ਬਹੁਤ ਔਖੀ ਹੈ। The educational institutions in Australia provide best and experienced faculty with the best of lecturers and professors who provide world class education। ਹੁਣ ਜਿਹੜੇ ਆਸਟ੍ਰੇਲੀਆ ਦੇ ਲੈਕਚਰਰਸ ਹੁੰਦੇ ਨੇ ਉਹ ਵੀ ਬੜੇ ਵੈਲ ਕੁਆਲੀਫਾਈਡ ਲੈਕਚਰਰਸ ਹੁੰਦੇ ਆ। ਆਸਟ੍ਰੇਲੀਆ ਦੇ ਵਿੱਚ ਲੈਕਚਰਰ ਬਣਨਾ ਸੌਖਾ ਨਹੀਂ ਹੁੰਦਾ, ਬਹੁਤ ਐਗਜ਼ਾਮਸ ਵਗੈਰਾ ਕਲੀਅਰ ਕਰਨੇ ਪੈਂਦੇ ਨੇ। ਹੁਣ ਜਿਹੜਾ ਕਰਦਾ ਉਹ ਪੱਕਾ ਫਿਰ ਮਤਲਬ ਕਾਫੀ ਨੌਲੇਜੇਬਲ ਪਰਸਨ ਹੋਏਗਾ। ਠੀਕ ਹੈ, ਸੋ ਦੇ ਹੈਵ ਦਾ ਬੈਸਟ ਲੈਕਚਰਰਸ ਐਂਡ ਪ੍ਰੋਫੈਸਰਸ who provide world class education, have the best knowledge and make use of the modern approach of learning for the students, which include game based learning, flipped classrooms etc. that benefit the student to build a progressive career in their future। ਜਿਵੇਂ ਮੈਂ ਦੱਸਿਆ ਲੈਕਚਰਰ ਬਣਨ ਦਾ ਜਿਹੜਾ ਪ੍ਰੋਸੈਸ ਆ ਆਸਟ੍ਰੇਲੀਆ 'ਚ ਉਹ ਕਾਫੀ ਔਖਾ ਹੈ ਅਤੇ ਕਾਫੀ ਪੜ੍ਹਨਾ ਪੈਂਦਾ, ਕਾਫੀ ਨੌਲੇਜ ਰੱਖਣੀ ਪੈਂਦੀ ਆ ਟੀਚਰ ਬਣਨ ਵਾਸਤੇ। ਹੁਣ ਇਸ ਕਰਕੇ ਜਿੰਨੇ ਵੀ ਟੀਚਰਸ ਨੇ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੇ ਸਾਰੇ ਵੈਲ ਕੁਆਲੀਫਾਈਡ ਹੈ, ਸਾਰਿਆਂ ਦੇ ਪੜ੍ਹਾਉਣ ਦੇ ਤਰੀਕੇ ਬਹੁਤ ਵਧੀਆ ਨੇ। ਕੋਈ ਗੇਮ ਬੇਸਡ ਲਰਨਿੰਗ ਦੇ ਤਰੀਕੇ, ਹੋਰ ਵੀ ਜਿਵੇਂ ਮਾਡਰਨ ਅਪਰੋਚਿਸ ਆਫ ਟੀਚਿੰਗ ਰੱਖਦੇ ਆ ਕਿ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਆ। ਕੋਈ ਗੇਮ ਬੇਸਡ ਲਰਨਿੰਗ ਯੂਜ਼ ਕਰਦਾ ਹੈ, ਕੋਈ ਫਲਿਪਡ ਕਲਾਸਰੂਮ ਦਾ ਤਰੀਕਾ ਯੂਜ਼ ਕਰਦਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਠੀਕ ਹੈ ਜੀ, ਇਹ ਸਾਰੇ ਪੁਆਇੰਟਸ ਨੇ ਕਿ ਮੈਂ ਇੰਡੀਆ ਦੇ ਵਿੱਚ ਨਹੀਂ ਪੜ੍ਹਨਾ ਚਾਹੁੰਦਾ। ਇਹ ਮੈਂ ਮੰਨਦਾ ਜ਼ਰੂਰ ਹਾਂ ਕਿ ਇੰਡੀਆ ਦੇ ਵਿੱਚ ਵੀ ਟੌਪ ਕਲਾਸ ਕਾਲਜਿਸ ਹੈਗੇ ਨੇ ਲਾਈਕ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ, ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ, ਬਟ ਇਹਨਾਂ 'ਚ ਐਡਮਿਸ਼ਨ ਲੈਣੀ ਬਹੁਤ ਡਿਫੀਕਲਟ ਹੈ ਬਿਕੋਜ਼ ਆਫ ਦਾ ਕੱਟ ਥਰੋਟ ਕੰਪੀਟੀਸ਼ਨ। ਸੀਟਸ ਆਰ ਲਿਮਿਟਿਡ ਐਂਡ ਦਾ ਸਟੂਡੈਂਟਸ ਹੂ ਅਪਲਾਈ ਆਰ ਇਨ ਲਾਰਜ ਨੰਬਰ। ਫਿਰ ਮੈਂ ਅਗਰ ਟੀਚਿੰਗ ਮੈਥਡ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ 'ਚ ਟੀਚਿੰਗ ਮੈਥਡਸ ਬਹੁਤ ਅੱਛੇ ਨੇ ਟੀਚਰਸ ਦੇ, ਅਪਡੇਟਡ ਨੇ, ਇੰਟਰੈਕਟਿਵ ਨੇ, ਪ੍ਰੈਕਟੀਕਲ ਲਰਨਿੰਗ ਲੈਸਨਸ ਬੇਸਡ ਨੇ। ਇੰਡੀਆ 'ਚ ਨਹੀਂ ਹੈ ਇੱਦਾਂ ਦਾ। ਇੰਡੀਆ ਦੇ ਵਿੱਚ ਸਿਰਫ ਐਗਜ਼ਾਮ ਨੂੰ ਕਲੀਅਰ ਕਰਨ 'ਤੇ ਫੋਕਸ ਕੀਤਾ ਜਾਂਦਾ। ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ 'ਚ ਮਲਟੀਕਲਚਰਲ ਇਨਵਾਇਰਮੈਂਟ ਹੁੰਦਾ। ਠੀਕ ਹੈ, ਜਿੱਥੇ ਮੈਂ ਡਿਫਰੈਂਟ ਕੰਟਰੀਜ਼ ਦੇ ਬੱਚਿਆਂ ਨੂੰ ਮਿਲ ਸਕਦਾ, ਉਹਨਾਂ ਦੇ ਬਾਰੇ, ਉਹਨਾਂ ਦੇ ਕਲਚਰ, ਉਹਨਾਂ ਦੀ ਥਿੰਕਿੰਗ ਬਾਰੇ ਮੈਨੂੰ ਐਕਸਪੋਜ਼ਰ ਮਿਲੇਗਾ। ਠੀਕ ਹੈ ਜੀ, ਕੱਲ੍ਹ ਨੂੰ ਫਿਰ ਮੈਂ ਜੋਬ 'ਤੇ ਜਾਣਾ ਤਾਂ ਮੇਰੇ ਵਾਸਤੇ ਸੌਖਾ ਹੋ ਜਾਏਗਾ ਕਿਉਂਕਿ ਇਹ ਚੀਜ਼ ਮੈਂ ਆਲਰੇਡੀ ਕਾਲਜ 'ਚ ਐਕਸਪੀਰੀਅੰਸ ਕਰ ਚੁੱਕਾ। ਉਹ ਆਪਣੇ ਆਸਟ੍ਰੇਲੀਅਨਸ ਆਪਣੇ ਹੁਣ ਮਲਟੀਕਲਚਰਲ ਇਨਵਾਇਰਮੈਂਟ ਇੰਡੀਅਨ ਯੂਨੀਵਰਸਿਟੀਜ਼ ਦੇ ਵਿੱਚ ਮਿਸਿੰਗ ਹੁੰਦਾ, ਇੱਧਰ ਇੰਨਾ ਨਹੀਂ ਹੁੰਦਾ ਮਲਟੀਕਲਚਰਲ ਇਨਵਾਇਰਮੈਂਟ। ਆਸਟ੍ਰੇਲੀਆ ਆਪਣੇ ਕੋਰਸਿਸ ਨੂੰ ਬਾਰ-ਬਾਰ ਅਪਡੇਟ ਕਰਦਾ ਰਹਿੰਦਾ।
ਇੰਡੀਆ ਵਾਂਗ ਨਹੀਂ ਹੈ, ਸਾਡੇ ਉਹੀ ਪੁਰਾਣੇ ਕੋਰਸ ਸਟਰਕਚਰਸ ਉਹੀ ਸਭ ਚੱਲੀ ਜਾ ਰਿਹਾ, ਨਾ ਕੋਈ ਅਪਡੇਟ ਕਰਦਾ ਹੈ। ਤਾਂ ਹੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਇੰਡੀਆ ਦੇ ਵਿੱਚ। ਆਸਟ੍ਰੇਲੀਆ ਦੇ ਟੀਚਰਸ ਬਹੁਤ ਨੌਲੇਜੇਬਲ ਐਕਸਪਰਟਸ ਹੁੰਦੇ ਨੇ, ਕਿਉਂਕਿ ਆਸਟ੍ਰੇਲੀਆ 'ਚ ਲੈਕਚਰਰ ਬਣਨਾ ਸੌਖਾ ਨਹੀਂ ਹੈਗਾ, ਬਹੁਤ ਪੜ੍ਹਨਾ ਪੈਂਦਾ। ਇਸ ਕਰਕੇ these are all the reasons that I don't want to study in India and want to go to Australia for my higher studies.